जी। ਸੁਣੀਏ ਗੁਰਾਂ ਦਾ ਸ਼ਬਦ ਰੂਪੀ ਗਿਆਨ। ਪੰਨਾ 441 ਤੇ ਤੀਜੇ ਪਾਤਸ਼ਾਹ ਜੀ ਫਰਮਾ ਰਹੇ ਆ, ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੁਰੂ ਜੀ ਫਰਮਾਉਂਦੇ ਆ ਕਿ ਹੇ ਮਨਾ, ਤੂੰ ਉਸ ਮਾਲਕ ਦੀ ਅੰਸ਼ ਹੈ, ਉਸ ਦੀ ਜੋਤ ਹੈ, ਉਸ ਦਾ ਸਰੂਪ ਹੈ, ਆਪਣਾ ਮੂਲ ਪਛਾਣ। ਭਾਵ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਭਾਵ ਉਸ ਮਾਲਕ ਦੀ ਰਚੀ ਕੁਦਰਤ ਦੀ ਨਿਯਮ ਸਮਝ, ਤੂੰ ਉਸੇ ਦੀ ਜੋਤ ਹੈ। ਮਨ ਹਰ ਚੀਜ਼ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਹੇ ਮਨਾ, ਪਰਮਾਤਮਾ ਤੇਰੇ ਨਾਲ ਹੀ ਹੈ, ਗੁਰਾਂ ਦੀ ਮੱਤ ਦੇ ਨਾਲ ਉਸ ਦੇ ਰੰਗ ਮਾਣ। ਭਾਵ ਉਸ ਦੀ ਰਚੀ ਕੁਦਰਤ ਦੇ ਆਨੰਦ ਮਾਣ। ਜਿਸ ਤਰ੍ਹਾਂ ਤੀਜੇ ਪਾਤਸ਼ਾਹ ਜੀ ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ ਵਿਚਾਰਦੇ ਹੋਣਗੇ, ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਨੇ ਪੰਨਾ 1287 ਤੇ, ਕਹਿੰਦੇ ਜਿਨ ਕੇ ਪੱਲੇ ਧਨ ਵਸੇ, ਤਿਨ ਕਾ ਨੌ ਫਕੀਰ। ਜਿਨ ਕੇ ਹਿਰਦੇ ਤੂੰ ਵਸੇ ਹੈ, ਤੇ ਨਰ ਗੁਣੀ ਗਹੀਰ। ਹੇ ਮਾਲਕਾ, ਜਿਨ੍ਹਾਂ ਦੇ ਹਿਰਦੇ ਤੂੰ ਵਸਦਾ, ਉਹ ਇਨਸਾਨ ਨਰ ਹੁੰਦਾ। ਇਨਸਾਨ ਉਹ ਇਨਸਾਨ ਗਹਿਰੇ ਗੁਣਾਂ ਦੇ ਮਾਲਕ ਨੇ, ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੈ। ਉਹ ਇਨਸਾਨ ਆਤਮਿਕ ਪੱਖੋਂ ਗਰੀਬ ਨੇ। ਆਤਮਿਕ ਪੱਖੋਂ ਗਰੀਬ ਨੇ, ਜੋ ਉਸ ਪਰਮਾਤਮਾ ਨੂੰ ਭੁੱਲੇ ਰਹਿੰਦੇ ਆ, ਵਿਸ਼ੇ ਵਿਕਾਰਾਂ ਦੇ ਵਿੱਚ ਖੋ ਕੇ ਹੀ ਆਪਣਾ ਜੀਵਨ ਬਿਤਾ ਦਿੰਦੇ ਆ, ਮੌਤ ਨੂੰ ਭੁੱਲੇ ਰਹਿੰਦੇ ਆ, ਮਾਇਆ ਦੇ ਝਮੇਲਿਆਂ ਦੇ ਵਿੱਚ ਖਪਦੇ ਰਹਿੰਦੇ ਆ। ਇਸ ਕਰਕੇ ਜਿਨ ਕੇ ਪੱਲੇ ਧਨ ਵਸੇ, ਤਿਨ ਕਾ ਨੌ ਫਕੀਰ। ਉਹ ਗਰੀਬ ਨੇ ਜਿਨ੍ਹਾਂ ਨੂੰ ਆਤਮਿਕ ਸੂਝ ਨਹੀਂ, ਜੋ ਪਰਮਾਤਮਾ ਨੂੰ ਭੁੱਲੇ ਰਹਿੰਦੇ ਆ। ਇਸੇ ਕਰਕੇ ਗੁਰੂ ਸਾਹਿਬਾਨ ਕਹਿੰਦੇ ਆ ਨਾ, ਗੁਰਮਤੀ ਰੰਗ ਮਾਣ। ਭਾਵ ਧਨ ਦੌਲਤ ਦੇ ਪਦਾਰਥਾਂ ਦੇ ਪਿੱਛੇ ਨਾ ਬਹੁਤਾ ਦੌੜ, ਉਸ ਮਾਲਕ ਨੂੰ ਸਮਝ। ਇਹ ਸਮਝਾ ਰਹੇ ਤੀਜੇ ਪਾਤਸ਼ਾਹ ਜੀ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਪੰਨਾ 419 ਤੇ ਸਮਝਾਉਂਦੇ ਨੇ, ਕਹਿੰਦੇ ਕੂੜਾ ਲਾਲਚ ਛੋਡੀਏ, ਤਾਂ ਸੱਚ ਪਛਾਣੇ। ਗੁਰ ਕੇ ਸ਼ਬਦ ਸਮਾਈਏ, ਪਰਮਾਰਥ ਜਾਣੇ। ਜੀਵਨ ਦਾ ਪਰਮਅਰਥ, ਮਨੁੱਖਾ ਜਨਮ ਦਾ ਪਰਮਅਰਥ ਸਿਧਾਂਤ ਗੁਰਾਂ ਦੇ ਸ਼ਬਦ ਗਿਆਨ ਦੇ ਵਿੱਚ ਸਮਾ ਕੇ ਸਮਝ ਵਿੱਚ ਆਉਂਦਾ। ਪਦਾਰਥਾਂ ਦਾ ਝੂਠਾ ਲਾਲਚ ਛੱਡ ਕੇ, ਇਹ ਸਮਝ ਕੇ ਵੀ ਇੱਥੇ ਰਹਿ ਜਾਣੇ, ਇਹਨਾਂ ਨੇ ਨਾਲ ਨਹੀਂ ਜਾਣਾ। ਫਿਰ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਆ ਪੰਨਾ 600 ਤੇ, ਕਹਿੰਦੇ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਬਿਨ ਸ਼ਬਦੇ ਜਗ ਭੁੱਲਦਾ ਫਿਰਦਾ, ਦਰਗਾਹ ਮਿਲੇ ਸਜਾਏ। ਗੁਰਾਂ ਦੇ ਗਿਆਨ ਤੋਂ ਬਗੈਰ ਜਗਤ ਦੇ ਲੋਕ ਅੱਜ ਦੇਖ ਰਹੇ ਆ ਕੀ ਕੁਛ ਹੋ ਰਿਹਾ ਦੁਨੀਆ ਦੇ ਵਿੱਚ। ਕਿਉਂਕਿ ਗੌਰਮੈਂਟਾਂ ਕੀ ਕਰ ਰਹੀਆਂ ਨੇ, ਆਤਮਿਕ ਪੱਖੋਂ ਗਰੀਬ ਨੇ ਉਹ, ਜੋ ਇੱਕ ਦੂਸਰੇ ਦਾ ਦਰਦ ਨਹੀਂ ਸਮਝ ਰਹੀਆਂ। ਕਿਸਾਨ ਵਿਚਾਰੇ ਜਿਸ ਤਰ੍ਹਾਂ ਦਿੱਲੀ ਬੈਠੇ ਆ, ਕਿਵੇਂ ਲਮਕਾਇਆ ਉਹਨਾਂ ਨੂੰ। ਜੇ ਆਤਮਿਕ ਸੂਝ ਹੋਵੇ ਲੀਡਰਾਂ ਨੂੰ ਵੀ ਇੱਥੋਂ ਚਲੇ ਜਾਣਾ, ਅਸੀਂ ਕਿਉਂ ਤਕਲੀਫ ਦਿੰਦੇ ਆ ਆਪ ਦੇ ਹੀ ਲੋਕਾਂ ਨੂੰ। ਜੇ ਸਮਝ ਹੋਵੇ ਫਿਰ ਇਸ ਤਰ੍ਹਾਂ ਕਿਉਂ ਹੋਵੇ ਦੁਨੀਆ ਦੇ ਵਿੱਚ, ਸੋਚਣ ਵਾਲੀ ਗੱਲ ਆ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਉਸ ਪਰਮਾਤਮਾ ਦੇ ਪਿਆਰ ਨੂੰ ਅਸੀਂ ਗਿਆਨ ਦੇ ਨਾਲ ਪਾ ਸਕਦੇ ਹਾਂ, ਗੁਰਾਂ ਦੇ ਗਿਆਨ ਨਾਲ। ਬਿਨ ਸ਼ਬਦੇ ਜਗ ਭੁੱਲਦਾ ਫਿਰਦਾ, ਦਰਗਾਹ ਮਿਲੇ ਸਜਾਏ। ਪਰਲੋਕ ਦੇ ਵਿੱਚ ਵੀ ਕਹਿ ਸਕਦੇ ਹਾਂ, ਬੁਢੇਪੇ ਵਾਲੀ ਦਸ਼ਾ 'ਚ ਵੀ ਕਹਿ ਸਕਦੇ ਹਾਂ। ਦਰਗਾਹ ਜਾਂ ਬੁਢੇਪਾ ਆ ਜਾਂਦਾ, ਅਸੀਂ ਪਰਮਾਤਮਾ ਨੂੰ ਭੁਲਾ ਕੇ ਜੀਵਨ ਬਿਤਾ ਦਿੰਦੇ ਹਾਂ, ਭੁੱਲੇ ਰਹਿੰਦੇ ਹਾਂ, ਖਾਣ ਪੀਣ ਦਾ ਖਿਆਲ ਨਹੀਂ ਕਰਦੇ, ਸਰੀਰ ਦਾ ਖਿਆਲ ਨਹੀਂ ਕਰਦੇ। ਫਿਰ ਭੈੜੇ ਤੋਂ ਭੈੜੇ ਰੋਗ ਲੱਗ ਜਾਂਦੇ ਆ, ਫਿਰ ਸਜ਼ਾ ਮਿਲਦੀ ਆ।
ਸਾਡੇ ਭਲੇ ਲਈ ਗੁਰੂ ਜੀ ਸਾਨੂੰ ਸ਼ਬਦ ਗਿਆਨ ਦੀ ਲੜ ਲਾ ਰਹੇ ਨੇ ਸਦੀਆਂ ਪਹਿਲਾਂ। ਚੌਥੇ ਪਾਤਸ਼ਾਹ ਜੀ ਪੰਨਾ 561 ਤੇ ਸਮਝਾਉਂਦੇ ਆ, ਕਹਿੰਦੇ ਭੂਲਾ ਮਨ ਸਮਝੇ ਗੁਰ ਸ਼ਬਦੀ ਹਰ ਹਰ ਸਦਾ ਧਿਆਏ। ਆਪਣੇ ਆਪ ਤੇ ਉਦਾਹਰਨ ਦੇ ਕੇ ਸਾਨੂੰ ਸਮਝਾ ਰਿਹਾ, ਭੁੱਲਿਆ ਭਟਕਿਆ ਮਨ ਗੁਰਾਂ ਦੇ ਸ਼ਬਦ ਗਿਆਨ ਨਾਲ ਸਮਝਦਾ। ਭੂਲਾ ਮਨ ਸਮਝੇ ਗੁਰ ਸ਼ਬਦੀ ਹਰ ਹਰ ਸਦਾ ਧਿਆਏ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਘਰਾਂ ਦੇ ਵਿੱਚ ਕਰਨਾ ਚਾਹੀਦਾ। ਜਿੱਥੇ ਇਸ ਤਰ੍ਹਾਂ ਦੇ ਸ਼ਬਦ ਰੂਪੀ ਤੁਕਾਂਤ ਆ ਜਾਣ, ਆਪੀ ਸਮਝ ਵਿੱਚ ਆਉਂਦੀਆਂ ਨੇ, ਉਹਨਾਂ ਨੂੰ ਸਮਝੋ। ਇਸ ਨਾਲ ਤੁਹਾਡੇ ਜੀਵਨ ਦੇ ਵਿੱਚੋਂ ਰੋਗ ਟੁੱਟਦੇ ਆ। ਫਿਰ ਭੂਲਾ ਮਨ ਸਮਝੇ ਗੁਰ ਸ਼ਬਦੀ ਹਰ ਹਰ ਸਦਾ ਧਿਆਏ, ਪੰਨਾ 561 ਤੇ ਚੌਥੇ ਪਾਤਸ਼ਾਹ ਜੀ ਸਮਝਾਉਂਦੇ ਆ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਪੰਨਾ 23 ਤੇ ਕਹਿ ਰਹੇ ਨੇ, ਕਹਿੰਦੇ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ। ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆਂ ਭਾਰ ਨ ਭਰਮ ਤਨਾਹ। ਉਹਨਾਂ ਨੂੰ ਵਹਿਮਾਂ ਭਰਮਾਂ ਦੇ ਸਿਰ ਤੇ ਭਾਰ ਨਹੀਂ ਰਹਿੰਦੇ, ਜਿਹੜੇ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਆ। ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ, ਗੁਰਾਂ ਦੇ ਸ਼ਬਦਾਂ ਨੂੰ ਸਲਾਹ ਕੇ ਆਪਦੇ ਮਨ ਨੂੰ ਸਮਝਾਈਏ। ਲੇਕਿਨ ਅਸੀਂ ਕੋਈ ਥੋੜ੍ਹਾ ਜਿਹਾ ਦੁੱਖ ਹੁੰਦਾ ਘਬਰਾ ਜਾਂਦੇ ਆ, ਲੋਕਾਂ ਨਾਲ ਸਲਾਹਾਂ ਕਰਨ ਬੈਠ ਜਾਂਦੇ ਆ, ਗੁਰਾਂ ਦੇ ਸ਼ਬਦਾਂ ਕਨੇ ਧਿਆਨ ਨਹੀਂ ਦਿੰਦੇ, ਜਿਸ ਕਰਕੇ ਦੁੱਖ ਪਾਉਂਦੇ ਆ। ਫਿਰ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ। ਪਰ ਲੋਕਾਂ ਨੂੰ ਕੀ ਆਦਤ ਆ, ਸਾਨੂੰ ਕੀ ਆਦਤ ਬਣੀ ਹੋਈ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਆ ਪੰਨਾ 58 ਤੇ, ਕਹਿੰਦੇ ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ। ਸਾਰੇ ਹੀ ਆਪਣੇ ਆਪ ਨੂੰ ਸੁਣਾਉਂਦੇ ਆ। ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ, ਗੁਰ ਬਿਨ ਆਪ ਨ ਚੀਨੀਏ ਕਹੇ ਸੁਣੇ ਕਿਆ ਹੋਏ। ਗੁਰ ਬਿਨ ਆਪ ਨ ਚੀਨੀਏ, ਚੀਨੀਏ ਹੁੰਦਾ ਜਾਣੀਏ ਪਹਿਚਾਣੀਏ। ਕਹੇ ਲੋਕਾਂ ਦੇ ਕਹੇ ਸੁਣਨ ਨਾਲ ਕੀ ਹੁੰਦਾ, ਗੁਰਾਂ ਦੇ ਗਿਆਨ ਨੂੰ ਸਮਝੀਏ, ਦੇਖੀਏ ਵੀ ਜੋ ਗੁਰੂ ਜੀ ਸਮਝਾ ਰਹੇ ਆ ਇਹ ਗੁਣ ਮੇਰੇ ਵਿੱਚ ਹੈ ਕਿ ਆ ਜਾਂ ਨਹੀਂ। ਗੁਰਾਂ ਦੇ ਸ਼ਬਦ ਪੜ੍ਹੀਏ ਜਾਂ ਸੁਣੀਏ, ਸਮਝੀਏ, ਫਿਰ ਦੇਖੀਏ। ਗੁਰ ਬਿਨ ਆਪ ਨ ਚੀਨੀਏ ਕਹੇ, ਲੋਕਾਂ ਤੋਂ ਆਪਦੀ ਤਾਰੀਫ ਸੁਣ ਕੇ ਕੀ ਲੈਣਾ। ਆਪਾਂ ਨੂੰ ਪਤਾ ਹੀ ਹੁੰਦਾ ਵੀ ਅਸੀਂ ਕਹੇ ਜਿਹੇ ਆ, ਕਿਸੇ ਤੋਂ ਵੀ ਬੱਲੇ ਬੱਲੇ ਕਹਾ ਕੇ ਕੀ ਲੈਣਾ। ਗੁਰ ਬਿਨ ਆਪ ਨ ਚੀਨੀਏ ਕਹੇ ਸੁਣੇ ਕਿਆ ਹੋਏ। ਕਿਸੇ ਦੇ ਕਹਿਣ ਨਾਲ, ਆਪਦੀ ਤਾਰੀਫ ਸੁਣਨ ਨਾਲ ਕੀ ਹੁੰਦਾ। ਜੇ ਤੁਹਾਡੇ ਵਿੱਚੋਂ ਗੁਣ ਹੈ ਨਹੀਂ, ਲੋਕ ਤੁਹਾਨੂੰ ਝੂਠੀ ਤਾਰੀਫ ਤੁਹਾਡੀ ਕਰੀ ਜਾਂਦੇ ਆ, ਗੁਰੂ ਸਾਹਿਬ ਜੀ ਸਮਝਾਉਂਦੇ ਆ ਵੀ ਗੁਰ ਬਿਨ ਆਪ ਨ ਚੀਨੀਏ ਕਹੇ ਸੁਣੇ ਕਿਆ ਹੋਏ। ਨਾਨਕ ਸ਼ਬਦ ਪਛਾਣੀਏ ਹਉ ਮੈਂ ਕਰੇ ਨਾ ਕੋਈ। ਅਗਰ ਅਸੀਂ ਗੁਰਾਂ ਦੇ ਸ਼ਬਦ ਗਿਆਨ ਨੂੰ ਸਮਝੀਏ, ਪਹਿਚਾਣੀਏ, ਕਦੇ ਵੀ ਫਿਰ ਮਨ ਦਾ ਹੰਕਾਰ ਨਾ ਕਰੀਏ। ਬਹੁਤ ਜ਼ਿਆਦਾ ਬਾਣੀ ਆਉਂਦੀ ਆ ਮਨ ਤੇ, ਗੁਰੂ ਸਾਹਿਬਾਨਾਂ ਦੀ ਲਿਖੀ ਬਹੁਤ ਜ਼ਿਆਦਾ। ਲੇਕਿਨ ਅਸੀਂ ਵਿਸ਼ਵਾਸ ਨਹੀਂ ਕਰਦੇ ਗੁਰਾਂ ਦੇ ਸ਼ਬਦ ਗਿਆਨ ਤੇ। ਜ਼ਿਆਦਾ ਵਿਸ਼ਵਾਸ ਅਸੀਂ ਪਖੰਡੀ ਰਸਮਾਂ ਤੇ ਕਰਦੇ ਹੀ ਨਹੀਂ, ਸਮਝ ਲੱਗ ਰਹੀ ਕਿਉਂ। ਹਜ਼ਾਰਾਂ ਹੀ ਗੁਰੂ ਸਾਹਿਬਾਨਾਂ ਦੇ ਹਜ਼ਾਰਾਂ ਹੀ ਉਪਦੇਸ਼ ਆਉਂਦੇ ਵੀ ਸਾਡੇ ਸ਼ਬਦਾਂ ਨੂੰ ਸਮਝੋ, ਕਮਾਵੋ, ਭਾਵ ਆਖੇ ਲੱਗੋ ਸਾਡੇ ਬਚਨਾਂ ਦੇ। ਕਿਸੇ ਤਰ੍ਹਾਂ ਦੀ ਕਰਮ ਕਾਂਡ ਕਰਨ ਨੂੰ ਗੁਰੂ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਵੀ ਨਹੀਂ ਲਿਖ ਰਹੇ। ਜਿਸ ਤਰ੍ਹਾਂ ਇਹ ਤਾਂ ਸਾਰੇ ਹੀ ਜਾਣਦੇ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪੰਜਵੇਂ ਪਾਤਸ਼ਾਹ ਜੀ ਨੇ ਕੀਤੀ ਆ। ਉਹਨਾਂ ਦੀ ਸ਼ਬਦ ਰੂਪੀ ਤੁਕਾਂਤ ਹੁੰਦੀ ਆ, ਕਹਿੰਦੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਇਹ ਸ਼ਬਦ ਰੂਪੀ ਤੁਕਾਂਤ ਪੰਜਵੇਂ ਪਾਤਸ਼ਾਹ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 ਵਾਰੀ ਆਉਂਦੀ ਆ, ਪੰਨਾ 320 ਤੇ ਪੰਨਾ 916 ਤੇ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਧੰਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ।